ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ 'ਚ ਕੌਣ ਨਹੀਂ ਖਰੀਦ ਸਕਣਗੇ ਘਰ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਘਰ ਖਰੀਦਣ ਦੀ ਛੂਟ। ਮੌਸਮ ਦੀ ਖਤਰਨਾਕ ਚੇਤਾਵਨੀ ਜਾਰੀ, ਸਫ਼ਰ ਕਰਨਾ ਹੋ ਸਕਦਾ ਹੈ ਖਤਰਨਾਕ। ਜਾਣੋ ਕਿਵੇਂ ਇਮੀਗ੍ਰੈਂਟਸ ਨੂੰ ਮਿਲਣਗੇ ਵੱਧ ਅੰਕ, ਪੇਂਡੂ ਇਲਾਕਿਆਂ ਵਿੱਚ ਜਾਣ ਵਾਲੇ ਇਮੀਗ੍ਰੈਂਟਸ ਨੂੰ ਪਹਿਲ। ਫੈਡਰਲ ਸਰਕਾਰ ਦੀ ਯੋਜਨਾ ਤੋਂ ਕੌਣ ਨਾਰਾਜ਼, ਸਰਕਾਰ ਖਿਲਾਫ ਕੀਤੀ ਜਾਵੇਗੀ ਸ਼ਿਕਾਇਤ। ਕੈਨੇਡਾ ਸਰਕਾਰ ਵੱਲੋਂ ਘਰਾਂ ਦੀ ਖਰੀਦ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ, ਜਿੱਥੇ ਕਈਆਂ ਦੇ ਉੱਪਰ ਰੋਕ ਲਗਾਈ ਗਈ। ਬਜਟ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ, ਜਿੱਥੇ ਸਰਕਾਰ ਵੱਲੋਂ ਦੱਸਿਆ ਗਿਆ ਕਿ ਕੈਨੇਡਾ ਵਿੱਚ ਕੌਣ ਘਰ ਨਹੀਂ ਖਰੀਦ ਸਕਦੇ। ਤਾਜ਼ਾ ਜਾਣਕਾਰੀ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਕੁਝ ਵਰਕਰਾਂ ਨੂੰ ਰਾਹਤ ਦਿੱਤੀ ਗਈ ਹੈ, ਜਿਹੜੇ ਘਰ ਖਰੀਦ ਸਕਣਗੇ। ਕੈਨੇਡਾ ਤੋਂ ਘਰ ਖਰੀਦਣ ਵਾਲਿਆਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ, ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਛੋਟ ਮਿਲੀ ਹੈ। ਦਰਅਸਲ ਕੈਨੇਡਾ ਵਿੱਚ ਵਿਦੇਸ਼ੀਆਂ ਦੇ ਘਰ ਖਰੀਦਣ ਦੀ ਪਾਬੰਦੀ ਤੋਂ ਕਈ ਵਰਕਰ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਛੋਟ ਦਿੱਤੀ ਗਈ ਹੈ। ਵਿਦੇਸ਼ੀ ਨਾਗਰਿਕਾਂ ਦੀ ਕੈਨੇਡਾ ਵਿੱਚ ਘਰ ਖਰੀਦਣ ਤੇ ਪਾਬੰਦੀ ਲਾਗੂ ਹੋਣ ਦੇ ਕੁਝ ਦਿਨ ਪਹਿਲਾਂ ਫੈਡਰਲ ਸਰਕਾਰ ਨੇ ਇਸ ਨਿਯਮ ਵਿੱਚ ਛੋਟ ਦਾ ਐਲਾਨ ਕੀਤਾ, ਜਿਸ ਵਿੱਚ ਕੈਨੇਡਾ ਅੰਦਰ ਲੰਬੇ ਸਮੇਂ ਤੋਂ ਰਹਿਣ ਦੀਆਂ ਯੋਜਨਾਵਾਂ ਵਾਲੇ ਬਹੁਤ ਸਾਰੇ ਵਿਦੇਸ਼ੀ ਕਾਮੇ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਸ਼ਾਮਿਲ ਨੇ। 1 ਜਨਵਰੀ ਤੋਂ ਗੈਰ ਕੈਨੇਡੀਅਨਸ ਉੱਪਰ ਕੈਨੇਡਾ ਵਿੱਚ ਰਿਹਾਇਸ਼ੀ ਪ੍ਰਾਪਰਟੀ ਖਰੀਦਣ ਤੇ 2 ਸਾਲ ਵਾਸਤੇ ਪਾਬੰਦੀ ਹੋਵੇਗੀ। ਫੈਡਰਲ ਸਰਕਾਰ ਨੇ ਅਪ੍ਰੈਲ ਬਜਟ ਵਿੱਚ ਇਸ ਪਾਬੰਦੀ ਦਾ ਐਲਾਨ ਕੀਤਾ ਸੀ। ਸਰਕਾਰ ਮੁਤਾਬਕ ਘਰਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਦੇ ਮੱਦੇਨਜ਼ਰ ਇਹ ਉਪਾਅ ਕੀਤਾ ਗਿਆ ਸੀ, ਤਾਂ ਕਿ ਕੈਨੇਡੀਅਨਸ ਵਾਸਤੇ ਘਰ ਖਰੀਦਣਾ ਸੌਖਾ ਹੋ ਸਕੇ। ਪਰ ਇਹ ਪਾਬੰਦੀ ਕਿਸ-ਕਿਸ ਤੇ ਲਾਗੂ ਹੋਣੀ ਹੈ ਤੇ ਕਿਸ-ਕਿਸ ਨੂੰ ਇਸ ਤੋਂ ਛੋਟ ਹੈ, ਇਸ ਦੇ ਵੇਰਵੇ ਜਾਰੀ ਕੀਤੇ ਗਏ। ਇਸ ਵਿੱਚ ਦੱਸਿਆ ਗਿਆ ਹੈ ਕਿ ਕਿਹਨਾਂ ਨੂੰ ਰਾਹਤ ਮਿਲੇਗੀ। ਹੁਣ ਜਿਨ੍ਹਾਂ ਨੂੰ ਪਾਬੰਦੀਆਂ ਤੋਂ ਛੋਟ ਦਿੱਤੀ ਗਈ, ਉਹਨਾਂ ਵਿੱਚ ਜਿਹੜੇ ਸ਼ਾਮਿਲ ਨੇ ਉਹਨਾਂ ਦੇ ਨਾਮ ਕੁਝ ਇਸ ਪ੍ਰਕਾਰ ਹਨ। ਕੈਨੇਡੀਅਨ ਨਾਗਰਿਕ ਅਤੇ ਪੀਆਰ, ਅੰਤਰਰਾਸ਼ਟਰੀ ਵਿਦਿਆਰਥੀ ਜੋ ਕੁਝ ਖਾਸ ਸ਼ਰਤਾਂ ਨੂੰ ਪੂਰਾ ਕਰਦੇ ਹੋਣ, ਜਿਸ ਵਿੱਚ ਪਿਛਲੇ 5 ਸਾਲਾਂ ਦਾ ਵੱਡਾ ਹਿੱਸਾ ਕੈਨੇਡਾ ਵਿੱਚ ਬਿਤਾਉਣਾ ਸ਼ਾਮਿਲ ਹੈ। ਉਹ 5 ਲੱਖ ਤੋਂ ਵੱਧ ਦੀ ਜਾਇਦਾਦ ਖਰੀਦਣ ਦੇ ਯੋਗ ਨਹੀਂ ਹੋਣਗੇ। ਉਹ ਕਾਮੇ ਜਿਨ੍ਹਾਂ ਨੇ ਪ੍ਰਾਪਰਟੀ ਖਰੀਦਣ ਤੋਂ ਪਹਿਲਾਂ 4 ਸਾਲ ਵਿੱਚ ਘੱਟੋ-ਘੱਟ 3 ਸਾਲ ਲਈ ਕੈਨੇਡਾ ਵਿੱਚ ਕੰਮ ਕੀਤਾ ਹੋਵੇ ਤੇ ਟੈਕਸ ਰਿਟਰਨ ਫਾਈਲ ਕੀਤੀ ਹੋਵੇ। ਡਿਪਲੋਮੈਟ, ਕੌਂਸਲਰ ਸਟਾਫ ਅਤੇ ਕੈਨੇਡਾ ਵਿੱਚ ਰਹਿ ਰਹੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਮੈਂਬਰ, ਅਸਥਾਈ ਨਿਵਾਸੀ ਦਰਜੇ ਵਾਲੇ ਵਿਦੇਸ਼ੀ ਨਾਗਰਿਕ, ਜਿਸ ਵਿੱਚ ਰਿਫਿਊਜੀ ਅਤੇ ਸੰਘਰਸ਼ ਤੋਂ ਹਿਜਰਤ ਕਰਨ ਵਾਲੇ ਲੋਕ ਸ਼ਾਮਿਲ ਨੇ। ਦੱਸੀਏ ਕਿ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਨੇ ਕਿਹਾ ਕਿ ਵਿਦੇਸ਼ੀ ਕਾਮੇ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਜਿਨ੍ਹਾਂ ਨੇ ਕੈਨੇਡਾ ਵਿੱਚ ਲੰਬਾ ਸਮਾਂ ਬਤੀਤ ਕੀਤਾ ਹੈ ਤੇ ਪੀਆਰ ਲੈਣ ਵਾਸਤੇ ਪ੍ਰਤੱਖ ਰੂਪ ਵਿੱਚ ਜੁੜੇ ਹੋਏ ਹਨ, ਉਹਨਾਂ ਨੂੰ ਘਰ ਖਰੀਦਣ ਦੀ ਪਰਮਿਸ਼ਨ ਹੋਵੇਗੀ। ਨਹੀਂ ਤਾਂ ਉਹਨਾਂ ਨੂੰ ਘੱਟ ਰਿਹਾਇਸ਼ੀ ਆਪਸ਼ਨਸ ਕਰਕੇ ਕੈਨੇਡਾ ਵਿੱਚ ਸ਼ਾਮਿਲ ਹੋਣ ਵਾਲੀ ਵਧੇਰੇ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ। ਖਤਰਨਾਕ ਮੌਸਮ ਦੀ ਇੱਕ ਵਾਰ ਫਿਰ ਤੋਂ ਚੇਤਾਵਨੀ ਜਾਰੀ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ ਜਿਹੜੇ ਵੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਨੇ ਉਹ ਇੱਕ ਵਾਰ ਫਿਰ ਤੋਂ ਵਿਚਾਰ ਕਰ ਲੈਣ। ਹੁਣ ਕੁਝ ਹੋਰ ਹਿੱਸੇ ਵੀ ਮੌਸਮ ਦੀ ਮਾਰ ਹੇਠ ਆਉਣ ਵਾਲੇ ਨੇ। ਓਨਟਾਰੀਓ ਦੇ ਕਈ ਹਿੱਸੇ ਪ੍ਰਭਾਵਿਤ ਹੋਣਗੇ। ਟੋਰਾਂਟੋ ਦੇ ਬਾਰੇ ਖਾਸ ਤੌਰ ਦੇ ਉੱਪਰ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਕਾਫੀ ਜ਼ਿਆਦਾ ਜੋ ਖਰਾਬ ਮੌਸਮ ਹੋਣ ਵਾਲਾ ਹੈ ਤੇ ਚੇਤਾਵਨੀ ਜਾਰੀ ਕਰ ਦਿੱਤੀ ਗਈ। ਕ੍ਰਿਸਮਸ ਵੀਕਐਂਡ ਦੌਰਾਨ ਕੁਝ ਹਿੱਸਿਆਂ ਵਾਸਤੇ ਮੌਸਮ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕੁਝ ਹਿੱਸੇ ਕਾਫੀ ਜ਼ਿਆਦਾ ਠੰਡ ਦੇ ਨਾਲ ਪ੍ਰਭਾਵਿਤ ਹੋਣ ਵਾਲੇ ਨੇ। ਤਾਜ਼ਾ ਜਾਣਕਾਰੀ ਟੋਰਾਂਟੋ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕ੍ਰਿਸਮਸ ਵੀਕਐਂਡ ਦੌਰਾਨ ਵਿੰਟਰ ਸਟਾਰਮ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਤੇ ਲੋਕਾਂ ਨੂੰ ਖਾਸ ਹਦਾਇਤਾਂ ਦਿੱਤੀਆਂ ਗਈਆਂ ਨੇ। ਇਸ ਸਭ ਬਾਰੇ ਇਨਵਾਇਰਨਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਟੋਰਾਂਟੋ ਵਿੱਚ ਇੰਨੀ ਠੰਡ ਪੈਣ ਵਾਲੀ ਹੈ ਤੇ ਇਸ ਤਰ੍ਹਾਂ ਦਾ ਵਿੰਟਰ ਸਟਾਰਮ ਆਏਗਾ, ਜਿਸ ਤੋਂ ਬਾਅਦ ਸਫ਼ਰ ਕਰਨਾ ਖਤਰਨਾਕ ਸਾਬਿਤ ਹੋ ਸਕਦਾ ਹੈ। ਇਨਵਾਇਰਨਮੈਂਟ ਕੈਨੇਡਾ ਦੇ ਕਹਿਣ ਮੁਤਾਬਕ ਜੇਕਰ ਕ੍ਰਿਸਮਸ ਵਾਸਤੇ ਕੋਈ ਵੀ ਯਾਤਰਾ ਦੀ ਯੋਜਨਾ ਬਣਾਈ ਹੈ ਤੇ ਉਸ ਦੇ ਉੱਪਰ ਵਿਚਾਰ ਜ਼ਰੂਰ ਕਰ ਲਿਆ ਜਾਵੇ। ਨੈਸ਼ਨਲ ਵੈਦਰ ਏਜੰਸੀ ਵੱਲੋਂ ਹੁਣ ਚੇਤਾਵਨੀ ਜਾਰੀ ਕੀਤੀ ਗਈ, ਜਿੱਥੇ ਉਹਨਾਂ ਨੇ ਕਿਹਾ ਕਿ ਸਦਰਨ ਓਨਟਾਰੀਓ ਵਿੱਚ ਕਾਫੀ ਤੇਜ਼ ਹਵਾਵਾਂ ਚੱਲਣਗੀਆਂ, ਬਰਸਾਤ ਪੈਗੀ ਤੇ ਸਨੋ ਕਾਰਨ ਵੀ ਕਾਫੀ ਹਿੱਸੇ ਪ੍ਰਭਾਵਿਤ ਹੋਣਗੇ। ਅੱਜ ਦੁਪਹਿਰ ਤੋਂ ਬਾਅਦ ਸਨੋ ਅਤੇ ਬਰਸਾਤ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕੁਝ ਹਿੱਸਿਆਂ ਵਿੱਚ 90 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਤੇਜ਼ ਹਵਾਵਾਂ ਚੱਲਣਗੀਆਂ ਤੇ ਇੱਥੇ ਸ਼ੁੱਕਰਵਾਰ ਰਾਤ ਨੂੰ 5 ਤੋਂ 15 ਸੈਂਟੀਮੀਟਰ ਤੱਕ ਸਨੋ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਟੋਰਾਂਟੋ ਹਾਈਡਰੋ ਵੱਲੋਂ ਵੀ ਆਪਣਾ ਨੰਬਰ ਜਾਰੀ ਕਰਦਿਆਂ ਕਿਹਾ ਗਿਆ ਕਿ ਜੇਕਰ ਕੋਈ ਵੀ ਦਿੱਕਤ ਆਵੇ ਤਾਂ ਉਹਨਾਂ ਨਾਲ 4165428000 ਦੇ ਉੱਪਰ ਕਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕੁਝ ਉਡਾਨਾਂ ਨੂੰ ਅੱਗੇ ਪਾਇਆ ਜਾ ਰਿਹਾ ਹੈ ਤੇ ਕਈ ਉਡਾਨਾਂ ਰੱਦ ਵੀ ਕਰ ਦਿੱਤੀਆਂ ਗਈਆਂ ਨੇ।
ਇਹ ਫੈਸਲਾ ਮੌਸਮ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ। Challenging, tricky storms that we've had to deal with because of the event that it turns over from rain to freezing rain so quickly. So one of the things that we're doing in preparation is we're actually now going to be taking some of our equipment and parking them at various locations across the city. We call that loaded standby, where in essence you already have the vehicles close to their routes so that it minimizes the downtime from driving to a yard such as this to ultimately their routes. The weather is going to change extremely quickly. There's going to be high winds, so we have to try to get on top of it as quickly as we can. So that's where we're going to be, as I said, parking vehicles and equipment at very strategic spots across the city. These will be first our salters. We're expecting the rain to turn over to freezing rain very quickly, and we're going to have to salt as quickly as we can. We will then be hopefully given an opportunity to salt a few rounds, so that creates a base, and as a result you won't have as high accumulation. But in the event that the snow comes just shortly thereafter, we will be plowing. And as I've mentioned before, we now have equipment that can do both, can both plow and salt. So they're called combination units. ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਇਮੀਗ੍ਰੈਂਟਸ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਵੱਲੋਂ ਪੀਐਨਪੀ ਡਰਾਅ ਵਿੱਚ ਕੁਝ ਬਦਲਾਵ ਕੀਤੇ ਗਏ ਨੇ। ਦੱਸਿਆ ਜਾ ਰਿਹਾ ਹੈ ਕਿ ਰੂਰਲ ਖੇਤਰ ਵਿੱਚ ਜਿਹੜੇ ਇਮੀਗ੍ਰੈਂਟਸ ਆਉਣਗੇ ਉਹਨਾਂ ਨੂੰ ਅੱਗੇ ਪੀਆਰ ਹਾਸਲ ਕਰਨ ਵਾਸਤੇ ਵੱਧ ਅੰਕ ਮਿਲ ਸਕਣਗੇ। ਹੁਣ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਇੱਕ ਕੀ ਪੂਰੀ ਅਪਡੇਟ ਸਾਹਮਣੇ ਆ ਰਹੀ ਹੈ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਵੱਡਾ ਕਦਮ ਚੁੱਕਿਆ ਗਿਆ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਰੂਰਲ ਇਲਾਕਿਆਂ ਵਿੱਚ ਜਾਣ ਵਾਲੇ ਇਮੀਗ੍ਰੈਂਟਸ ਨੂੰ ਹੁਣ ਤਰਜੀਹ ਦਿੱਤੀ ਜਾ ਰਹੀ ਹੈ। ਮੈਟਰੋ ਵੈਨਕੂਵਰ ਤੋਂ ਬਾਹਰਲੇ ਬਿਨੇਕਾਰਾਂ ਨੂੰ ਪੜ੍ਹਾਈ ਅਤੇ ਤਜਰਬੇ ਵਾਸਤੇ ਵੱਧ ਅੰਕ ਦਿੱਤੇ ਜਾਣਗੇ। ਜੀ ਹਾਂ, ਇਮੀਗ੍ਰੈਂਟਸ ਨੂੰ ਪੇਂਡੂ ਇਲਾਕਿਆਂ ਵਿੱਚ ਆਕਰਸ਼ਿਤ ਕਰਨ ਵਾਸਤੇ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਖਾਸ ਕਦਮ ਚੁੱਕਿਆ ਗਿਆ, ਜਿਹਦੇ ਪ੍ਰੋਵਿੰਸ ਵੱਲੋਂ ਆਪਣੇ ਪੀਐਨਪੀ ਵਿੱਚ ਕੁਝ ਬਦਲਾਵ ਕੀਤੇ ਗਏ ਹਨ। ਨਵੇਂ ਨਿਯਮਾਂ ਮੁਤਾਬਕ ਜਿਹੜੇ ਬਿਨੇਕਾਰਾਂ ਨੇ ਮੈਟਰੋ ਵੈਨਕੂਵਰ ਇਲਾਕੇ ਤੋਂ ਬਾਹਰ ਪੜ੍ਹਾਈ ਜਾਂ ਫਿਰ ਐਕਸਪੀਰੀਅੰਸ ਹਾਸਲ ਕੀਤਾ ਹੋਵੇ, ਉਹਨਾਂ ਨੂੰ ਆਪਣੀ ਪੀਆਰ ਅਰਜ਼ੀ ਵਾਸਤੇ ਵੱਧ ਅੰਕ ਮਿਲਣਗੇ। ਇਸ ਨਾਲ ਵੈਨਕੂਵਰ ਇਲਾਕੇ ਵਿੱਚ ਰਹਿ ਰਹੇ ਟੀਆਰ ਸਮੇਤ ਅੰਤਰਰਾਸ਼ਟਰੀ ਵਿਦਿਆਰਥੀਆਂ ਹੱਥ ਨਿਰਾਸ਼ਾ ਲੱਗੀ ਹੈ। ਹੁਣ ਇਸ ਬਾਰੇ ਮਾਹਰ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦਿਖਾਈ ਦੇ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਪ੍ਰੋਵਿੰਸ ਦੇ ਹੋਰਨਾਂ ਹਿੱਸਿਆਂ ਵਿੱਚ ਆਬਾਦੀ ਵੱਧ ਕਰਨ ਦੇ ਇਰਾਦੇ ਨਾਲ ਅੰਕ ਪ੍ਰਣਾਲੀ ਵਿੱਚ ਬਦਲਾਵ ਕੀਤੇ ਗਏ ਹਨ। ਦੱਸੀਏ ਕਿ ਬ੍ਰਿਟਿਸ਼ ਕੋਲੰਬੀਆ ਦੇ ਮੈਟਰੋ ਵੈਨਕੂਵਰ ਇਲਾਕੇ ਤੋਂ ਬਾਹਰ ਅਜਿਹੇ ਡੈਜ਼ਿਗਨੇਟਡ ਲਰਨਿੰਗ ਇੰਸਟੀਚਿਊਟ ਜਿਨ੍ਹਾਂ ਵਿੱਚ ਕੋਰਸ ਕਰ ਵਿਦਿਆਰਥੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਹਾਸਲ ਕਰ ਸਕਣਗੇ, ਇਹਨਾਂ ਦੀ ਥੋੜ੍ਹੀ ਗਿਣਤੀ ਹੋਣਾ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਚੁਣੌਤੀ ਬਣ ਸਕਦੀ ਹੈ। ਸਰਕਾਰੀ ਵੈਬਸਾਈਟ ਦੇ ਉੱਪਰ ਜਾਣਕਾਰੀ ਦਿੱਤੀ ਗਈ, ਜਿਸ ਮੁਤਾਬਕ ਪ੍ਰੋਵਿੰਸ ਵਿੱਚ ਕੁੱਲ 278 ਇੰਸਟੀਚਿਊਟਸ ਵਿੱਚੋਂ 63 ਵਿੱਚ ਅਜਿਹੇ ਕੋਰਸ ਹਨ ਜਿਨ੍ਹਾਂ ਰਾਹੀਂ ਵਿਦਿਆਰਥੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕਰ ਸਕਦੇ ਨੇ। ਇਹਨਾਂ ਵਿੱਚੋਂ ਬਹੁਤੇ ਇੰਸਟੀਚਿਊਟਸ ਮੈਟਰੋ ਵੈਨਕੂਵਰ ਇਲਾਕੇ ਵਿੱਚ ਸਥਿਤ ਹਨ। ਦੱਸੀਏ ਕਿ ਬ੍ਰਿਟਿਸ਼ ਕੋਲੰਬੀਆ ਸੂਬਾ ਅਜਿਹਾ ਇਕਲੌਤਾ ਸੂਬਾ ਨਹੀਂ ਹੈ ਜੋ ਕਿ ਰੂਰਲ ਇਲਾਕਿਆਂ ਦੇ ਬਿਨੇਕਾਰਾਂ ਨੂੰ ਪੀਆਰ ਦੀ ਅਰਜ਼ੀ ਵਾਸਤੇ ਵੱਧ ਅੰਕ ਦੇ ਰਿਹਾ ਹੋਵੇ। ਓਨਟਾਰੀਓ ਵਿੱਚ ਵੀ ਜੀਟੀਏ ਤੋਂ ਬਾਹਰ ਸਿੱਖਿਆ ਪ੍ਰਾਪਤ ਅਤੇ ਤਜਰਬਾ ਰੱਖਣ ਵਾਲੇ ਬਿਨੇਕਾਰਾਂ ਨੂੰ ਆਪਣੀ ਪੀਆਰ ਅਰਜ਼ੀ ਵਿੱਚ ਵੱਧ ਅੰਕ ਦਿੱਤੇ ਜਾਂਦੇ ਹਨ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਦੇ ਵਿੱਚ ਦੱਸਿਆ ਗਿਆ ਕਿ ਹੁਣ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਪੀਐਨਪੀ ਤਹਿਤ ਕਿਹੜੇ ਬਦਲਾਵ ਕੀਤੇ ਜਾ ਰਹੇ ਨੇ ਤੇ ਇਸ ਨਾਲ ਕਿਹਨਾਂ ਨੂੰ ਫਾਇਦਾ ਹੋਵੇਗਾ। ਸਰਕਾਰ ਦੇ ਹਾਈਬ੍ਰਿਡ ਮਾਡਲ ਨੂੰ ਲੈ ਕੇ ਕਈਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਯੂਨੀਅਨ ਨੇ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਇਸ ਸੰਬੰਧੀ ਸ਼ਿਕਾਇਤ ਕੀਤੀ ਜਾਵੇਗੀ। ਸ਼ਿਕਾਇਤ ਕਰਨ ਪਿੱਛੇ ਕੀ ਕਾਰਨ ਹੈ, ਇਹ ਵੀ ਉਹਨਾਂ ਵੱਲੋਂ ਸਪਸ਼ਟ ਕੀਤਾ ਗਿਆ। ਯੂਨੀਅਨ ਵੱਲੋਂ ਫੈਡਰਲ ਸਰਕਾਰ ਦੇ ਹਾਈਬ੍ਰਿਡ ਪਲਾਨ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਈਆਂ ਜਾਣਗੀਆਂ। ਯੂਨੀਅਨ ਦਾ ਕਹਿਣਾ ਹੈ ਕਿ ਸਮਝੌਤੇ ਤੇ ਚੱਲ ਰਹੀ ਗੱਲਬਾਤ ਦੌਰਾਨ ਕਾਰਜ ਸਥਿਤੀਆਂ ਵਿੱਚ ਤਬਦੀਲੀ ਗੈਰ ਕਾਨੂੰਨੀ ਹੈ। ਇਸ ਦਾ ਬਾਰੇ ਪਬਲਿਕ ਸਰਵਿਸ ਅਲਾਈਅੰਸ ਆਫ ਕੈਨੇਡਾ ਦਾ ਕਹਿਣਾ ਹੈ ਕਿ ਫੈਡਰਲ ਪਬਲਿਕ ਸੈਕਟਰ ਲੇਬਰ ਰਿਲੇਸ਼ਨ ਐਂਡ ਇੰਪਲੋਇਮੈਂਟ ਬੋਰਡ ਕੋਲ ਸਰਕਾਰ ਦੇ ਹਾਈਬ੍ਰਿਡ ਪਲਾਨ ਨੂੰ ਲੈ ਕੇ ਸ਼ਿਕਾਇਤਾਂ ਦਰਜ ਕਰਵਾਈਆਂ ਜਾਣਗੀਆਂ। 31 ਮਾਰਚ ਤੋਂ ਸਾਰੇ ਫੈਡਰਲ ਪਬਲਿਕ ਸਰਵੈਂਟ ਵਾਸਤੇ ਹਫ਼ਤੇ ਵਿੱਚ 2 ਤੋਂ 3 ਦਿਨ ਦਫ਼ਤਰ ਜਾ ਕੇ ਕੰਮ ਕਰਨਾ ਜ਼ਰੂਰੀ ਹੋਵੇਗਾ, ਜਿਸ ਦਾ ਮਤਲਬ ਹੈ ਕਿ ਆਪਣੇ ਨਿਯਮਿਤ ਕੰਮਕਾਜ ਦੇ ਸਮੇਂ ਵਿੱਚੋਂ 40 ਤੋਂ 60% ਸਮਾਂ ਦਫ਼ਤਰੋਂ ਕੰਮ ਕਰਨਾ ਹੋਵੇਗਾ। ਬਹੁਤ ਸਾਰੇ ਮੁਲਾਜ਼ਮ ਕੋਵਿਡ-19 ਦੀ ਸ਼ੁਰੂਆਤ ਤੋਂ ਹੀ ਕਰੀਬ 3 ਸਾਲ ਤੋਂ ਘਰ ਬੈਠ ਕੇ ਕੰਮ ਕਰ ਰਹੇ ਨੇ।
ਟ੍ਰੈਜਰੀ ਬੋਰਡ ਦੀ ਪ੍ਰੈਜ਼ੀਡੈਂਟ ਨੇ ਕਿਹਾ ਸੀ ਕਿ ਇਨ ਪਰਸਨ ਕੰਮ ਕਰਨਾ ਬਿਹਤਰ ਸਹਿਯੋਗ, ਟੀਮ ਭਾਵਨਾ, ਨਵੀਨਤਾ ਅਤੇ ਅਦਾਰੇ ਵਾਸਤੇ ਆਪਣਤ ਦੇ ਅਹਿਸਾਸ ਨੂੰ ਹੁਲਾਰਾ ਦਿੰਦਾ ਹੈ। ਉਨ੍ਹਾਂ ਕਿਹਾ ਸੀ ਕਿ ਸਾਡੇ ਕਾਰਜਸਥਾਨਾਂ ਵਿੱਚੋਂ ਵਧੇਰੇ ਨਿਰਪੱਖਤਾ ਅਤੇ ਬਰਾਬਰੀ ਦੀ ਜ਼ਰੂਰਤ ਹੈ ਤੇ ਫੈਡਰਲ ਸਰਕਾਰ ਵਿੱਚ ਹਾਈਬ੍ਰਿਡ ਕੰਮ ਲਾਗੂ ਕਰਨ ਵਿੱਚ ਵੀ ਇਕਸਾਰਤਾ ਜ਼ਰੂਰੀ ਹੈ। ਪਰ 2,30,000 ਵਰਕਰਾਂ ਦੀ ਨੁਮਾਇੰਦਗੀ ਕਰਦੀ ਯੂਨੀਅਨ PSAAC ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਰਕਾਰ ਦੀ ਨੀਤੀ ਗਲਤ ਹੈ। ਯੂਨੀਅਨ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਦਾ ਹਾਈਬ੍ਰਿਡ ਪਲਾਨ ਵਰਕਰਾਂ ਦੇ ਸਮੂਹਿਕ ਸਮਝੌਤਿਆਂ ਦੇ ਅਧਿਕਾਰਾਂ ਨੂੰ ਲਤਾੜਦਾ ਹੈ। ਸੰਸਥਾ ਦਾ ਕਹਿਣਾ ਹੈ ਕਿ 1,65,000 ਫੈਡਰਲ ਪਬਲਿਕ ਸਰਵੈਂਟਸ ਦੀ ਤਰਫੋਂ ਯੂਨੀਅਨ ਦੀ ਲੇਬਰ ਗੱਲਬਾਤ ਜਾਰੀ ਹੋਣ ਦੇ ਬਾਵਜੂਦ ਉਹ ਮੈਂਬਰਾਂ ਦੇ ਕੰਮਕਾਜ ਦੀਆਂ ਸਥਿਤੀਆਂ ਵਿੱਚ ਮਨਮਰਜ਼ੀ ਦੀਆਂ ਤਬਦੀਲੀਆਂ ਥੋਪਣ ਨੂੰ ਲੈ ਕੇ ਟ੍ਰੈਜਰੀ ਬੋਰਡ ਅਤੇ ਹੋਰ ਏਜੰਸੀ ਖਿਲਾਫ ਸ਼ਿਕਾਇਤ ਦਰਜ ਕਰਵਾਉਣਗੇ। ਯੂਨੀਅਨ ਨੇ ਕਿਹਾ ਕਿ ਸਮਝੌਤੇ ਦੇ ਮੁੱਦੇ ਸੰਬੰਧੀ ਕੰਮਕਾਜ ਦੀਆਂ ਸਥਿਤੀਆਂ ਵਿੱਚ ਤਬਦੀਲੀਆਂ ਕਰਨਾ ਕਾਨੂੰਨ ਦੇ ਵਿਰੁੱਧ ਹੈ। ਯੂਨੀਅਨ ਨੇ ਕਿਹਾ ਕਿ ਇਹ ਨੀਤੀ ਲਾਗੂ ਹੋਣ ਤੋਂ ਬਾਅਦ ਆਪਣੇ ਮੈਂਬਰਾਂ ਨੂੰ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ ਵਾਸਤੇ ਮਦਦ ਕਰਨ ਲਈ ਦਿਸ਼ਾ ਨਿਰਦੇਸ਼ ਵੀ ਦਿੱਤੇ ਜਾਣਗੇ। ਸੰਸਥਾ ਦੇ ਮੁਤਾਬਕ ਸਰਵੇਖਣ ਕੀਤਾ ਗਿਆ ਜਿਸ ਵਿੱਚ ਪਤਾ ਚੱਲੇ ਕਿ 80% ਤੋਂ ਵੱਧ ਮੈਂਬਰ ਸਰਕਾਰ ਦੀ ਹਾਈਬ੍ਰਿਡ ਯੋਜਨਾ ਦਾ ਵਿਰੋਧ ਕਰਦੇ ਹਨ। ਐਲਿੰਗਟਨ ਕ੍ਰਾਸਟਾਊਨ ਕਦੋਂ ਖੁੱਲਣ ਜਾ ਰਿਹਾ ਹੈ, ਇਸ ਬਾਰੇ ਮੇਅਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਮੇਅਰ ਦਾ ਕਹਿਣਾ ਹੈ ਕਿ ਇਸ ਦੀ ਸ਼ੁਰੂਆਤ ਸਾਲ 2023 ਤੱਕ ਹੋਣਗੀ, ਪਰ ਉਹ ਪੱਕੇ ਤੌਰ ਦੇ ਉੱਪਰ ਨਹੀਂ ਕਹਿ ਸਕਦੇ। ਐਲਿੰਗਟਨ ਕ੍ਰਾਸਟਾਊਨ ਕਦੋਂ ਖੁੱਲਣ ਜਾ ਰਿਹਾ ਹੈ, ਇਸ ਬਾਰੇ ਮੇਅਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਐਲਿੰਗਟਨ ਕ੍ਰਾਸਟਾਊਨ ਸਾਲ 2023 ਵਿੱਚ ਖੁੱਲੇਗਾ। Fine, it'll be finished in the next 12 months sometime, that's my guess. But I don't know anything more than anybody else. I think it would be better if they came out and just said, this is the date, this is what we're doing, this is what's wrong. And we, the City Council, have called for an independent public examination of what happened so we can learn lessons from it. But I think it's, if you look at it, people see the vehicles being tested, they see the stations that are there. It's really sort of some technical glitches they're working out so that they make absolutely sure when it does start that it runs properly. In Ottawa, they started it too soon and they had terrible problems with the thing just not working half the time. Indicated it's going to be into next year, well into next year, but I think it will be in the when we're sitting here next year, I think it will be, either operating or about to operate. That's just my best. No, because the whole idea of not having vehicle traffic on King Street was to allow the transit vehicles, which actually transport way more people than cars, to move quickly, and they're doing that. And that's hopefully making transit a better option for people. But we are taking steps, and we'll have more to say in the new year about increasing the number of people who are traffic agents to direct traffic. A big part of the problem why it takes people 20 minutes to get to the Gardiner is people who drive into the intersection and then sit there when the light changes. It's people who park trucks and cars, nearby intersections and cause a terrible jam up during rush hour. So I can't exempt Hydro, which we own, but other utilities as well. But I think they would say, with some justification, they've done a lot. During the pandemic, they did a lot, and they did a lot for Toronto, and I acknowledge that. The point I'm making to them now is we need just a little bit more help to get us through the pandemic, because all of what we're asking for is pandemic-related. Shortfall at the TTC because of reduced ridership, shelter costs, we had to move people distanced in different settings. And so, we're just making that case to them that we are the economic engine, that Toronto's full recovery, financially and otherwise, is important to all of Canada. ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਗਈ ਤੇ ਇਸ ਮੌਕੇ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਇਹ ਜੰਗ ਕਿਸੇ ਸ਼ਰਤ ਦੇ ਉੱਪਰ ਖਤਮ ਨਹੀਂ ਹੋਏਗੀ। ਨਾਲ ਹੀ ਉਹਨਾਂ ਨੇ तमाम ਅਮਰੀਕਾ ਵਾਸੀਆਂ ਦਾ ਵੀ ਧੰਨਵਾਦ ਕੀਤਾ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਤੇ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਮੁਲਾਕਾਤ ਕੀਤੀ ਗਈ। ਇਸ ਮੌਕੇ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਹਰ ਅਮਰੀਕੀ ਦਾ ਧੰਨਵਾਦ ਕੀਤਾ ਗਿਆ ਤੇ ਨਾਲ ਹੀ ਬਾਈਡਨ ਦਾ ਵੀ ਧੰਨਵਾਦ ਕਰਦੇ ਹੋਏ ਉਹ ਦਿਖਾਈ ਦਿੱਤੇ ਨੇ। ਇਸ ਤੋਂ ਇਲਾਵਾ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਇੱਕ ਚੇਤਾਵਨੀ ਵੀ ਜਾਰੀ ਕੀਤੀ ਗਈ ਜੋ ਕਿ ਜੰਗ ਨਾਲ ਜੁੜੀ ਹੋਈ ਹੈ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। Mr. President, President Biden, audience, journalists, ladies and gentlemen, I came here to the United States to forward the word of thanks to the people of America, people who do so much for Ukraine. I am thankful for all of this. This visit to the United States became really a historic one for our relations with the United States and the American leadership. In the last 30 days of this war, we have started a new phase of our interrelations with the United States. We became a real partners and allies with the content. And I felt today during all of my meetings and during our
talks. Once again, I would like to thank Mr. President Biden, for his candid support and what is very important, the understanding of Ukraine, and for the support of the international coalition to strengthen international law. I am grateful to President Biden for his personal efforts, his steps that unite the partners and global South. When all countries of the world take some position and are focusing on cooperation and mutual understanding, this is very useful for all of the countries, for Ukraine, for the United States. I want to thank the Congress for bipartisan, bicameral support, and I am looking forward to good meetings with the members of the Congress and their support. This is the visit that I'm here today to meet with the Congress. ਅਮਰੀਕਾ ਵਿੱਚ ਇਸ ਸਮੇਂ ਜੋ ਖਰਾਬ ਮੌਸਮ ਦੇ ਹਾਲਾਤ ਬਣੇ ਹੋਏ ਨੇ, ਇਸ ਦੌਰਾਨ ਰਾਸ਼ਟਰਪਤੀ ਬਾਈਡਨ ਵੱਲੋਂ ਅਪੀਲ ਜਾਰੀ ਕੀਤੀ ਗਈ ਹੈ। ਰਾਸ਼ਟਰਪਤੀ ਬਾਈਡਨ ਦਾ ਕਹਿਣਾ ਹੈ ਕਿ ਇਸ ਮੌਸਮ ਨੂੰ ਹਲਕੇ ਵਿੱਚ ਨਾ ਲਿਆ ਜਾਵੇ। ਅਮਰੀਕਾ ਵਿੱਚ ਇਸ ਸਮੇਂ ਜੋ ਮੌਸਮ ਦੇ ਹਾਲਾਤ ਬਣੇ ਹੋਏ ਨੇ, ਇਸ ਦੌਰਾਨ ਰਾਸ਼ਟਰਪਤੀ ਬਾਈਡਨ ਵੱਲੋਂ ਸਲਾਹ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਸਟ੍ਰੋਮ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਰਾਸ਼ਟਰਪਤੀ ਵੱਲੋਂ ਤਮਾਮ ਲੋਕਾਂ ਨੂੰ ਅਪੀਲ ਵੀ ਕੀਤੀ ਗਈ, ਜਿੱਥੇ ਉਹਨਾਂ ਨੇ ਕਿਹਾ ਕਿ ਇਸ ਸਮੇਂ ਜੋ ਮੌਸਮ ਦੇ ਹਾਲਾਤ ਬਣੇ ਹੋਏ ਨੇ ਉਹ ਚੰਗੇ ਨਹੀਂ। ਅਜਿਹੇ ਹਾਲਾਤਾਂ ਵਿੱਚ ਲੋਕਾਂ ਨੂੰ ਪਰਹੇਜ਼ ਕਰਨ ਦੀ ਜ਼ਰੂਰਤ ਹੈ ਤੇ ਖਾਸ ਖਿਆਲ ਰੱਖਣ ਦੀ ਵੀ ਜ਼ਰੂਰਤ ਹੈ। All the way to Wyoming and Wyoming to Maine, and it's a real consequence. So I encourage everyone, please heed the local warnings. We've tried to contact 26 governors so far in affected regions, and go to weather.gov for more information. And I know this is, it's not like a snow day, when you're a kid. This is serious stuff. And my team is prepared to help communities weather this, no pun intended, this storm, this freeze. And because we need to cope. They need to be able to cope with this necessary. I'm going to shortly be briefed by both FEMA and the National Weather Service, and we're going to start that briefing. But in the meantime, please take this storm extremely seriously. And I don't know whether your bosses will let you, but if you all have travel plans, leave now. Not a joke. I'm sending my staff, if they had plans to leave on tomorrow, late tonight or tomorrow, I'm telling them to leave now. They can talk to me on the phone. It's not life and death, but it will be if they don't get out. They may not get out. So anyway, thank you all for coming in, and I'm going to do the briefing now. ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਮੌਸਮ ਦਾ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਕਈ ਥਾਵਾਂ ਦੇ ਉੱਪਰ ਹਾਦਸੇ ਵਾਪਰੇ ਤੇ 1000 ਤੋਂ ਵੱਧ ਉਡਾਨਾਂ ਰੱਦ ਹੋਣ ਦੀ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ। 100 ਮਿਲੀਅਨ ਤੋਂ ਵੱਧ ਲੋਕ ਇਸ ਸਮੇਂ ਮੌਸਮ ਦੀ ਮਾਰ ਹੇਠ ਹਨ। ਰਾਸ਼ਟਰਪਤੀ ਬਾਈਡਨ ਵੱਲੋਂ ਵੀ ਇਸ ਬਾਰੇ ਅਪਡੇਟ ਜਾਰੀ ਕੀਤੀ ਗਈ। ਅਮਰੀਕਾ ਦੇ ਕੁਝ ਹਿੱਸੇ ਮੌਸਮ ਕਾਰਨ ਕਾਫੀ ਪ੍ਰਭਾਵਿਤ ਹੋਏ ਨੇ। ਕਈ ਥਾਵਾਂ ਤੇ ਖਰਾਬ ਮੌਸਮ ਦੇ ਚੱਲਦਿਆਂ ਹਾਦਸੇ ਵਾਪਰੇ ਤੇ ਕਈ ਜਗ੍ਹਾ ਤੇ 1000 ਤੋਂ ਵੱਧ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ। ਇਸ ਬਾਰੇ ਸਾਊਥ ਡਕੋਟਾ ਤੋਂ ਜੋ ਜਾਣਕਾਰੀ ਸਾਹਮਣੇ ਆਈ, ਉੱਥੇ ਪਤਾ ਚੱਲਿਆ ਕਿ ਸਟ੍ਰੋਮ ਕਾਰਨ ਕਈ ਹਾਦਸੇ ਵਾਪਰੇ ਨੇ। ਮਿਨੀਸੋਟਾ ਵਿੱਚ 50 ਹਾਦਸਿਆਂ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਦੱਸੀਏ ਕਿ 114 ਮਿਲੀਅਨ ਲੋਕ ਇਸ ਸਮੇਂ ਮੌਸਮ ਦੀ ਚੇਤਾਵਨੀ ਹੇਠ ਹਨ, ਜਿਨ੍ਹਾਂ ਨੂੰ ਖਾਸ ਸਲਾਹ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਡਾਨਾਂ ਬਾਰੇ ਆਈ ਅਪਡੇਟ ਦੱਸਦੀ ਹੈ ਕਿ 1200 ਉਡਾਨਾਂ ਨੂੰ ਇਸ ਮੌਸਮ ਦੇ ਕਾਰਨ ਰੱਦ ਕਰ ਦਿੱਤਾ ਗਿਆ। ਦੱਸੀਏ ਕਿ ਮਿਨੀਸੋਟਾ ਅਥਾਰਟੀਜ਼ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ 50 ਵਾਹਨਾਂ ਦੇ ਹਾਦਸੇ ਬਾਰੇ ਪਤਾ ਚੱਲਿਆ। ਸਟੇਟ ਪੈਟਰੋਲ ਦੇ ਦੱਸਣ ਮੁਤਾਬਕ ਕਈ ਹਾਦਸਿਆਂ ਵਿੱਚ ਸੈਮੀ ਟਰੱਕ ਵੀ ਸ਼ਾਮਿਲ ਪਾਏ ਗਏ ਹਨ। ਹੁਣ ਅਮਰੀਕਾ ਵਿੱਚ ਕੁਝ ਹਿੱਸੇ ਜੋ ਮੌਸਮ ਦੀ ਮਾਰ ਹੇਠ ਹਨ, ਉਸ ਕਾਰਨ 114 ਮਿਲੀਅਨ ਲੋਕ ਪ੍ਰਭਾਵਿਤ ਹੋ ਰਹੇ ਨੇ। 114 ਮਿਲੀਅਨ ਲੋਕਾਂ ਨੂੰ ਮੌਸਮ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। 120 ਮਿਲੀਅਨ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਠੰਡੀਆਂ ਹਵਾਵਾਂ ਚੱਲਣ ਦੇ ਅਲਰਟ ਹੇਠ ਰੱਖਿਆ ਗਿਆ। ਕਈ ਥਾਵਾਂ ਤੇ ਤਾਂ ਤਾਪਮਾਨ ਮਾਈਨਸ ਵਿੱਚ ਦਰਜ ਕੀਤਾ ਜਾ ਰਿਹਾ ਹੈ। ਵਿਸਕੌਨਸਨ, ਲੋਵਾ, ਮਿਸ਼ੀਗਨ ਅਤੇ ਕੁਝ ਹੋਰ ਥਾਵਾਂ ਤੇ ਕਾਫੀ ਸਨੋ ਪਈ ਹੈ, ਜਦਕਿ ਵਾਸ਼ਿੰਗਟਨ, DC ਅਤੇ ਪੈਂਸਿਲਵੇਨੀਆ ਵਿੱਚ
ਕਾਫੀ ਭਾਰੀ ਬਰਸਾਤ ਹੋਣ ਦੇ ਬਾਰੇ ਮੌਸਮ ਵਿਭਾਗ ਵੱਲੋਂ ਲਗਾਤਾਰ ਅਪਡੇਟ ਜਾਰੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਯੂਨਾਈਟਿਡ ਸਟੇਟਸ ਵਿੱਚ 1200 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ, ਜਿਸ ਬਾਰੇ flightaware.com ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ 1200 ਉਡਾਣਾਂ ਅਜਿਹੀਆਂ ਵੀ ਨੇ ਜਿਨ੍ਹਾਂ ਨੂੰ ਅੱਗੇ ਪਾਇਆ ਗਿਆ, ਭਾਵ ਕਿ ਡਿਲੇ ਕੀਤਾ ਗਿਆ ਹੈ। ਇਸ ਤੋਂ ਇਲਾਵਾ NHL ਵੱਲੋਂ ਅਜਿਹੇ ਮੌਸਮ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੀ ਗੇਮ ਵੀ ਰੱਦ ਕਰ ਦਿੱਤੀ ਗਈ ਹੈ। ਐਟਲਾਂਟਾ ਵਿੱਚ ਵਾਰਮਿੰਗ ਸੈਂਟਰਸ ਵੀ ਖੋਲ੍ਹ ਦਿੱਤੇ ਗਏ। ਕੈਂਸਸ ਵਿੱਚ ਵੀ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ, ਲਗਾਤਾਰ ਵੈਬਸਾਈਟ ਦੇ ਉੱਪਰ ਵੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਡੈਨਵਰ ਇੰਟਰਨੈਸ਼ਨਲ 에ਅਰਪੋਰਟ ਦੇ ਉੱਪਰ ਤਾਪਮਾਨ ਰਿਕਾਰਡ ਪੱਧਰ ਦੇ ਉੱਪਰ ਪਹੁੰਚ ਗਿਆ। ਅਥਾਰਟੀਜ਼ ਦੇ ਦੱਸਣ ਮੁਤਾਬਕ ਸਾਊਥ ਡਕੋਟਾ ਵਿੱਚ 100 ਕਾਰਾਂ ਹਾਦਸੇ ਦਾ ਸ਼ਿਕਾਰ ਹੋ ਗਈਆਂ। ਹਾਊਸ ਸਪੀਕਰ ਨੈਂਸੀ ਵੱਲੋਂ ਔਰਤਾਂ ਵਿੱਚ ਜੋਸ਼ ਭਰਿਆ ਗਿਆ। ਨੈਂਸੀ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਔਰਤਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਹਾਊਸ ਸਪੀਕਰ ਨੈਂਸੀ ਵੱਲੋਂ ਔਰਤਾਂ ਨੂੰ ਖਾਸ ਸਲਾਹ ਦਿੱਤੀ ਗਈ ਹੈ। ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਔਰਤਾਂ ਨੂੰ ਕਿਹਾ ਕਿ ਉਹਨਾਂ ਨੂੰ ਆਪਣੇ ਅੰਦਰ ਵਿਸ਼ਵਾਸ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹਾਊਸ ਸਪੀਕਰ ਦਾ ਕੀ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। Over 400 men and 23 women. Come on, get out of here. So some of us just made a decision. We have to change this. We have to recruit, we have to fund, we have to encourage women to run, give confidence to them that not only should they be here, they are needed to be here. And we now have 90 Democrats. They have 30, I think, something Republicans, and they've made some progress lately, and that's good. But we need more. And we need more people of color and the rest. And I take great pride that our caucus is about 70% women, people of color, LGBTQ, the beautiful diversity of America. In terms of women, though, they're always asking me, I get asked all of them, what advice do you have? I say the best advice I ever had that I extend to you is be yourself. You're the only person in the history of the world who is you. What you have is authentic, is special, is unique, and that diversity is necessary at the table. Also, I want women to have confidence, so sometimes when I act a little more, shall we say, like myself, it's because I want them to know it's okay to assert yourself, to have confidence in what you bring to the table, and also to understand your uniqueness. So I have overwhelmed by women telling me how I've given them confidence or what a role model and this. And I said, don't worry about any role model. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ 'ਚ ਕੌਣ ਨਹੀਂ ਖਰੀਦ ਸਕਣਗੇ ਘਰ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਘਰ ਖਰੀਦਣ ਦੀ ਛੂਟ। ਮੌਸਮ ਦੀ ਖਤਰਨਾਕ ਚੇਤਾਵਨੀ ਜਾਰੀ, ਸਫ਼ਰ ਕਰਨਾ ਹੋ ਸਕਦਾ ਹੈ ਖਤਰਨਾਕ। ਜਾਣੋ ਕਿਵੇਂ ਇਮੀਗ੍ਰੈਂਟਸ ਨੂੰ ਮਿਲਣਗੇ ਵੱਧ ਅੰਕ, ਪੇਂਡੂ ਇਲਾਕਿਆਂ ਵਿੱਚ ਜਾਣ ਵਾਲੇ ਇਮੀਗ੍ਰੈਂਟਸ ਨੂੰ ਪਹਿਲ। ਫੈਡਰਲ ਸਰਕਾਰ ਦੀ ਯੋਜਨਾ ਤੋਂ ਕੌਣ ਨਾਰਾਜ਼, ਸਰਕਾਰ ਖਿਲਾਫ ਕੀਤੀ ਜਾਵੇਗੀ ਸ਼ਿਕਾਇਤ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੀੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।